ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਮੀਡੀਵਲ ਹਿਸਟਰੀ ਦਾ ਪਾਰਟ 3 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ ਤੁਗਲਕ ਡਾਇਨੈਸਟੀ ਬਾਰੇ ਪੜ੍ਹਾਂਗੇ, ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ ਮੀਡੀਵਲ ਹਿਸਟਰੀ ਦੀਆਂ ਕਈ ਵੀਡੀਓ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਇੱਕ ਡਾਇਨੈਸਟੀ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਹਿਸਟਰੀ, ਜੋਗਰਾਫੀ, ਪੰਜਾਬ, ਜੀਕੇ ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਤੁਗਲਕ ਡਾਇਨੈਸਟੀ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ, ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਤਾਂ ਪਹਿਲੀ ਸਲਾਈਡ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਕਿਸੇ ਵੀ ਟੌਪਿਕ ਦਾ ਓਵਰਵਿਊ ਲੈਂਦੇ ਹਾਂ, ਤਾਂ ਸਲਾਈਡ ਨੂੰ ਦੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ, ਵੀਡੀਓ ਨੂੰ ਐਂਡ ਤੱਕ ਦੇਖਿਓ, ਕਿਉਂਕਿ MCQ ਆਪਣੇ ਸਲਾਈਡ ਤੋਂ ਵੱਖਰੇ ਹੁੰਦੇ ਨੇ ਅਤੇ ਉਹਨਾਂ ਦੇ ਵਿੱਚ ਆਪਾਂ ਹਰ ਇੱਕ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਕਿ ਤੁਗਲਕ ਡਾਇਨੈਸਟੀ ਦਾ ਤੁਹਾਨੂੰ ਫਾਊਂਡਰ ਬਾਰੇ ਪੁੱਛ ਲਿਆ ਜਾਂਦਾ ਕਿ ਤੁਗਲਕ ਡਾਇਨੈਸਟੀ ਦੇ ਫਾਊਂਡਰ ਦੱਸੋ ਕੌਣ ਨੇ। ਤਾਂ ਇਹਨਾਂ ਦਾ ਨਾਮ ਹੈ ਗਿਆਸੂਦੀਨ ਤੁਗਲਕ। ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਜਿਹੜੇ ਤੁਗਲਕ ਡਾਇਨੈਸਟੀ ਦਾ ਫਾਊਂਡਰ ਹੈ, ਜਿਨ੍ਹਾਂ ਨੇ ਤੁਗਲਕ ਡਾਇਨੈਸਟੀ ਦੀ ਸਥਾਪਨਾ ਕੀਤੀ, ਉਹਨਾਂ ਦਾ ਨਾਮ ਹੈ ਗਿਆਸੂਦੀਨ ਤੁਗਲਕ। ਠੀਕ ਹੈ ਜੀ, ਇਹ ਪੁੱਛ ਲਿਆ ਜਾਂਦਾ, ਬਹੁਤ ਵਾਰੀ ਕੁਐਸਚਨ ਆਇਆ ਹੋਇਆ। ਅਗਲਾ ਜਿਹੜਾ ਇਹਦੇ ਵਿੱਚ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਗਿਆਸੂਦੀਨ ਤੁਗਲਕ ਨੇ ਜਿਹੜਾ ਟਾਈਟਲ ਹੈ, ਉਹ ਕਿਹੜਾ ਟਾਈਟਲ ਇਹਨੇ ਐਕਸੈਪਟ ਕੀਤਾ ਸੀ। ਇਹਨੇ ਸੁਲਤਾਨ ਦਾ ਟਾਈਟਲ ਐਕਸੈਪਟ ਨਹੀਂ ਕੀਤਾ ਸੀ, ਇਹਨੇ ਜਿਹੜਾ ਟਾਈਟਲ ਐਕਸੈਪਟ ਕੀਤਾ ਸੀ ਉਹਦਾ ਨਾਮ ਸੀ ਗਾਜ਼ੀ। ਠੀਕ ਹੈ ਜੀ, ਤਾਂ ਇਹਨੇ ਗਾਜ਼ੀ ਦਾ ਮਤਲਬ ਟਾਈਟਲ ਸੀ ਜਿਹੜਾ ਉਹ ਐਕਸੈਪਟ ਕੀਤਾ ਸੀ। ਇਸ ਸਪੈਸ਼ਲੀ ਤੁਹਾਨੂੰ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਉਹ ਕਿਹੜਾ ਸੁਲਤਾਨ ਸੀ ਜਿਹਨੇ ਗਾਜ਼ੀ ਦਾ ਟਾਈਟਲ ਐਕਸੈਪਟ ਕੀਤਾ ਸੀ। ਠੀਕ ਹੈ ਜੀ, ਤਾਂ ਉਹ ਸੀਗਾ ਆਪਣਾ ਗਿਆਸੂਦੀਨ ਤੁਗਲਕ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਨੇ ਗਾਜ਼ੀ ਦਾ ਟਾਈਟਲ ਐਕਸੈਪਟ ਕੀਤਾ ਸੀ। ਠੀਕ ਹੈ ਜੀ, ਇਹ ਡਾਇਰੈਕਟ ਕੁਐਸਚਨ ਪੁੱਛ ਲਿਆ ਜਾਂਦਾ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਇਹਨੇ ਮਤਲਬ ਇਹਦੇ ਕੁਛ ਨਾ ਕੁਛ ਵਧੀਆ ਜਿਹੜੇ ਇਹਨੇ ਕੰਮ ਕੀਤੇ ਸੀ ਉਹ ਕਿਹੜੇ ਸੀਗੇ। ਸਭ ਤੋਂ ਪਹਿਲਾਂ ਤਾਂ ਇਹਨੇ ਇਰੀਗੇਸ਼ਨ, ਜਿਹੜੀ ਸਿੰਚਾਈ ਵਿਵਸਥਾ ਸੀਗੀ, ਖੇਤੀ ਦੇ ਲਈ ਜਿਹੜੀ ਆਪਾਂ ਸਿੰਚਾਈ ਕਰਦੇ ਹਾਂ, ਠੀਕ ਹੈ, ਫਸਲਾਂ ਨੂੰ ਪਾਣੀ ਲਗਾਉਣਾ, ਠੀਕ ਹੈ, ਇਰੀਗੇਸ਼ਨ ਸਿਸਟਮ ਇਹਨੇ ਸਟਾਰਟ ਕੀਤਾ ਸੀ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਇਹਨੇ ਕੰਮ ਕੀਤਾ ਸੀ ਉਹ ਕੀਤਾ ਸੀ ਡਾਕ ਵਿਵਸਥਾ ਦਾ, ਪੋਸਟਲ ਸਿਸਟਮ ਜਿਹੜਾ ਸਟਾਰਟ ਕੀਤਾ ਸੀ, ਤਾਂ ਉਹ ਗਿਆਸੂਦੀਨ ਤੁਗਲਕ ਨੇ ਸਟਾਰਟ ਕੀਤਾ ਸੀ, ਤੁਗਲਕ ਡਾਇਨੈਸਟੀ ਦਾ ਜਿਹੜਾ ਫਾਊਂਡਰ ਹੈ। ਠੀਕ ਹੈ ਜੀ, ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਉਹ ਹੈ ਕੈਨਾਲ ਸਿਸਟਮ, ਯਾਨੀ ਕਿ ਨਹਿਰੀ ਵਿਵਸਥਾ। ਠੀਕ ਹੈ ਜੀ, ਕਿਉਂਕਿ ਇਹਨੇ ਸਿੰਚਾਈ ਵਿਵਸਥਾ ਸ਼ੁਰੂ ਕੀਤੀ ਸੀ, ਤਾਂ ਜਿਹੜੀਆਂ ਨਹਿਰਾਂ ਦਾ ਨਿਰਮਾਣ ਕਰਵਾਉਣਾ, ਠੀਕ ਹੈ, ਇਹ ਸਭ ਕੁਛ ਇਹਨੇ ਕੀਤਾ ਸੀ ਗਿਆਸੂਦੀਨ ਤੁਗਲਕ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ ਇਹ ਸਾਰੇ ਪੁਆਇੰਟ ਇਹਦੇ ਬਾਰੇ ਤੁਸੀਂ ਪੜ੍ਹ ਲਿਓ। ਅਗਲਾ ਜਿਹੜਾ ਇਹਦਾ ਸੁਲਤਾਨ ਹੈ ਉਹ ਹੈ ਮੁਹੰਮਦ ਬਿਨ ਤੁਗਲਕ। ਇਹਦੇ ਵਿੱਚੋਂ ਤੁਹਾਨੂੰ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ, ਅਤੇ ਸਭ ਤੋਂ ਮੋਸਟ ਇੰਪੋਰਟੈਂਟ ਜਿਹੜਾ ਸੁਲਤਾਨ ਹੈ ਉਹ ਤੁਗਲਕ ਡਾਇਨੈਸਟੀ ਦਾ ਮੁਹੰਮਦ ਬਿਨ ਤੁਗਲਕ। ਠੀਕ ਹੈ ਜੀ, ਇਹਦੇ ਵਿੱਚੋਂ ਕੁਐਸਚਨ ਬਹੁਤ ਵਾਰੀ ਪੁੱਛੇ ਗਏ ਨੇ, ਤੁਸੀਂ ਪੇਪਰਾਂ ਦੇ ਵਿੱਚ ਦੇਖੇ ਵੀ ਹੋਣੇ। ਠੀਕ ਹੈ ਜੀ, ਮੁਹੰਮਦ ਬਿਨ ਤੁਗਲਕ ਦੇ ਮਤਲਬ ਜਿਹੜਾ ਟੌਪਿਕ ਹੈ ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਮੁਹੰਮਦ ਬਿਨ ਤੁਗਲਕ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜਿਹੜਾ ਇਹਦੇ ਬਾਰੇ ਕੁਐਸਚਨ ਆਉਂਦਾ ਹੈ ਉਹ ਹੈ ਕਿ ਇਹਦਾ ਓਰੀਜਨਲ ਨਾਮ ਕੀ ਸੀ। ਜਿਹੜਾ ਮੁਹੰਮਦ ਬਿਨ ਤੁਗਲਕ ਸੀ, ਇਹਦਾ ਓਰੀਜਨਲ ਨਾਮ ਕੀ ਸੀ, ਅਤੇ ਇਹਦਾ ਓਰੀਜਨਲ ਨਾਮ ਸੀ ਜੌਨਾ ਖਾਨ। ਠੀਕ ਹੈ ਜੀ, ਜੌਨਾ ਖਾਨ ਇਹਦਾ ਓਰੀਜਨਲ ਨਾਮ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਨੇ ਮਤਲਬ ਇੱਕ ਆਪਣਾ ਨਾਮ ਰੱਖਿਆ ਸੀ ਬਾਅਦ ਦੇ ਵਿੱਚ ਮੁਹੰਮਦ ਬਿਨ ਤੁਗਲਕ। ਤਾਂ ਜਿਹੜਾ ਇਹਦਾ ਰੀਅਲ ਨੇਮ ਸੀ, ਓਰੀਜਨਲ ਨੇਮ ਸੀ, ਉਹ ਸੀਗਾ ਜੌਨਾ ਖਾਨ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬਹੁਤ ਵਾਰੀ ਕੁਐਸਚਨ ਆਇਆ ਹੋਇਆ, ਇਹ ਪੁੱਛਿਆ ਹੋਇਆ ਇਹਦਾ ਨਾਮ ਜਿਹੜਾ ਓਰੀਜਨਲ ਨੇਮ ਹੈ। ਠੀਕ ਹੈ ਜੀ, ਤਾਂ ਇਹਦਾ ਓਰੀਜਨਲ ਨੇਮ ਸੀਗਾ ਜੌਨਾ ਖਾਨ। ਦੂਸਰਾ ਜਿਹੜਾ ਇਹਦੇ ਬਾਰੇ ਜਿਹੜਾ ਪੁਆਇੰਟ ਆਉਂਦਾ ਹੈ ਉਹ ਹੈ ਕਿ ਇਹ ਹਾਈਲੀ ਐਜੂਕੇਟਡ ਕਿੰਗ ਸੀਗਾ, ਸਭ ਤੋਂ ਵੱਧ ਪੜ੍ਹਿਆ ਲਿਖਿਆ ਮਤਲਬ ਇਹ ਰਾਜਾ ਸੀ। ਠੀਕ ਹੈ ਜੀ, ਇਹਦੇ ਆਈਡੀਆਜ਼ ਵੀ ਕਾਫੀ ਮਤਲਬ ਇੰਟੈਲੀਜੈਂਟ ਇਹਦੇ ਆਈਡੀਆ ਹੁੰਦੇ ਸੀ, ਬਟ ਇਹਨੂੰ ਐਪਲੀਕੇਬਲ ਨਹੀਂ ਕਰਨੇ ਆਉਂਦੇ ਸੀ। ਠੀਕ ਹੈ, ਇਹਦੇ ਮਾਈਂਡ ਦੇ ਵਿੱਚ ਆਈਡੀਆਜ਼ ਤਾਂ ਬਹੁਤ ਆਉਂਦੇ ਸੀ, ਬਟ ਇਹ ਉਹਨਾਂ ਨੂੰ ਐਪਲੀਕੇਬਲ ਚੰਗੀ ਤਰ੍ਹਾਂ ਨਹੀਂ ਕਰਦਾ ਸੀ, ਤਾਂ ਕਰਕੇ ਇਹਦੀਆਂ ਜਿਹੜੀਆਂ ਨੀਤੀਆਂ ਸੀ ਉਹ ਫੇਲ ਹੋ ਜਾਂਦੀਆਂ ਸੀ। ਤਾਂ ਇਹ ਵੀ ਪੁੱਛ ਲਿਆ ਜਾਂਦਾ ਕਿ ਸਭ ਤੋਂ ਵੱਧ ਪੜ੍ਹਿਆ ਲਿਖਿਆ ਮਤਲਬ ਤੁਗਲਕ ਡਾਇਨੈਸਟੀ ਦੇ ਵਿੱਚੋਂ ਕਿਹੜਾ ਰਾਜਾ ਸੀ, ਤਾਂ ਉਹ ਸੀਗਾ ਮੁਹੰਮਦ ਬਿਨ ਤੁਗਲਕ। ਇਹ ਪੁਆਇੰਟ ਤੁਹਾਨੂੰ ਪੁੱਛ ਲਿਆ ਜਾ ਸਕਦਾ ਹੈ। ਠੀਕ ਹੈ, ਕਈ ਵਾਰੀ ਪੁੱਛਿਆ ਗਿਆ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਹਾਈਲੀ ਐਜੂਕੇਟਡ ਕਿੰਗ ਸੀਗਾ ਇਹ। ਅਗਲਾ ਜਿਹੜਾ ਇਹਦੇ ਬਾਰੇ ਪੁਆਇੰਟ ਹੈ ਉਹ ਹੈ ਮੈਡ ਕਿੰਗ। ਠੀਕ ਹੈ ਜੀ, ਇਹਨੂੰ ਪਾਗਲ ਰਾਜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਮੈਡ ਕਿੰਗ ਵੀ ਇਹਨੂੰ ਕਿਹਾ ਜਾਂਦਾ ਹੈਗਾ। ਠੀਕ ਹੈ ਜੀ, ਪਾਗਲ ਰਾਜਾ ਕਿਉਂ ਸੀ ਉਹ ਮੈਂ ਤੁਹਾਨੂੰ ਦੱਸ ਕੇ ਗਿਆ ਕਿ ਇਹ ਇੰਟੈਲੀਜੈਂਟ ਤਾਂ ਮਤਲਬ ਹੈਗਾ ਸੀ, ਬੇਸ਼ੱਕ ਮਤਲਬ ਇਹ ਇੰਟੈਲੀਜੈਂਟ ਸੀ, ਬਹੁਤ ਇੰਟੈਲੀਜੈਂਟ ਰਾਜਾ ਸੀ, ਬਟ ਇਹ ਪਾਗਲ ਸੀ। ਪਾਗਲ ਕਿਉਂ ਸੀ
ਕਿਉਂਕਿ ਇਹ ਇੰਟੈਲੀਜੈਂਸ ਨੂੰ ਮਤਲਬ ਆਪਣੇ ਜਿਹੜੀ ਆਪਣੀ ਇੰਟੈਲੀਜੈਂਸ ਉਹਨੂੰ ਸਹੀ ਤਰੀਕੇ ਨਾਲ ਐਪਲੀਕੇਬਲ ਨਹੀਂ ਕਰਦਾ ਸੀ, ਠੀਕ ਹੈ ਜੀ। ਇਹ ਮਤਲਬ ਦੂਸਰੇ ਜਿਹੜੇ ਦੇਸ਼ ਸੀ ਉਹਨਾਂ ਤੋਂ ਇਹ ਆਈਡੀਆਜ਼ ਤਾਂ ਜ਼ਰੂਰ ਲੈਂਦਾ ਸੀ, ਬਟ ਉਹਨਾਂ ਨੂੰ ਐਪਲੀਕੇਬਲ ਕਰਨ ਦੇ ਲਈ ਇਹਦੇ ਕੋਲੇ ਕੋਈ ਸਟ੍ਰੈਟਜੀ ਨਹੀਂ ਹੁੰਦੀ ਸੀ ਵਧੀਆ ਤਰੀਕੇ ਦੀ, ਤਾਂ ਕਰਕੇ ਇਹਨੂੰ ਪਾਗਲ ਰਾਜਾ ਕਿਹਾ ਜਾਂਦਾ ਸੀ, ਠੀਕ ਹੈ। ਆਪਾਂ ਅੱਗੇ ਪੁਆਇੰਟ ਪੜ੍ਹਦੇ ਹਾਂ ਕਿ ਇਹ ਪਾਗਲ ਕਿਉਂ ਸੀ। ਤਾਂ ਕਈ ਵਾਰੀ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਕਿ ਪੜ੍ਹਿਆ ਲਿਖਿਆ ਮੂਰਖ ਵੀ ਇਹਨੂੰ ਕਿਹਾ ਜਾਂਦਾ, ਠੀਕ ਹੈ, ਪਾਗਲ ਰਾਜਾ ਵੀ ਕਿਹਾ ਜਾਂਦਾ ਹੈ। ਪੜ੍ਹਿਆ ਲਿਖਿਆ ਮੂਰਖ ਇਹਨੂੰ ਤਾਂ ਕਿਹਾ ਜਾਂਦਾ ਕਿਉਂਕਿ ਇਹ ਹਾਈਲੀ ਐਜੂਕੇਟਡ ਸੀ, ਬਟ ਫਿਰ ਵੀ ਇਹਨੂੰ ਪਾਗਲ ਰਾਜਾ ਕਿਹਾ ਜਾਂਦਾ ਸੀ ਕਿਉਂਕਿ ਇਹਦੇ ਡਿਸੀਜ਼ਨ ਜਿਹੜੇ ਉਹ ਪਾਗਲਾਂ ਵਾਲੇ ਹੁੰਦੇ ਸੀ, ਠੀਕ ਹੈ। ਤਾਂ ਇਹ ਪੁਆਇੰਟ ਕਈ ਵਾਰੀ ਤੁਹਾਨੂੰ ਪੁੱਛ ਲਿਆ ਜਾਂਦਾ ਹੈ। ਸਭ ਤੋਂ ਪਹਿਲਾਂ ਜਿਹੜਾ ਇਹਨੇ ਡਿਸੀਜ਼ਨ ਲਿਆ ਸੀ, ਇਹਦਾ ਜਿਹੜਾ ਰੀਜ਼ਨ ਸੀ ਇਹਦਾ ਪਾਗਲ ਰਾਜਾ ਕਹਾਉਣ ਦਾ, ਉਹ ਇਹੀ ਸੀ ਕਿ ਇਹਨੇ ਆਪਣੀ ਕੈਪੀਟਲ ਚੇਂਜ ਕਰਤੀ ਸੀ, ਜਿਹੜੀ ਆਪਣੀ ਰਾਜਧਾਨੀ ਸੀ ਉਹ ਇਹਨੇ ਚੇਂਜ ਕਰਤੀ ਸੀ, ਠੀਕ ਹੈ ਜੀ। ਤਾਂ ਕਰਕੇ ਵੀ ਇਹਨੂੰ ਪਾਗਲ ਕਿਹਾ ਜਾਂਦਾ ਸੀ। ਪਹਿਲਾਂ ਜਿਹੜੀ ਰਾਜਧਾਨੀ ਸੀ ਉਹ ਇਹਦੀ ਦਿੱਲੀ ਸੀ, ਠੀਕ ਹੈ ਜੀ। ਤਾਂ ਇਹਨੇ ਦਿੱਲੀ ਤੋਂ ਆਪਣੀ ਰਾਜਧਾਨੀ ਕਿੱਥੇ ਸ਼ਿਫਟ ਕੀਤੀ? ਦੇਵਗਿਰੀ, ਜਿਹਨੂੰ ਦੌਲਤਾਬਾਦ ਦਾ ਨਾਮ ਵੀ ਕਿਹਾ ਜਾਂਦਾ। ਕਈ ਵਾਰੀ ਤੁਹਾਨੂੰ ਦੇਵਗਿਰੀ ਦੇ ਨਾਂ 'ਤੇ ਦੌਲਤਾਬਾਦ ਆ ਜਾਂਦਾ, ਇਹ ਤੁਸੀਂ ਧਿਆਨ ਰੱਖਣਾ, ਠੀਕ ਹੈ ਜੀ। ਤਾਂ ਇਹਨੇ ਆਪਣੀ ਰਾਜਧਾਨੀ ਸ਼ਿਫਟ ਕੀਤੀ ਦਿੱਲੀ ਤੋਂ ਦੇਵਗਿਰੀ। ਸਭ ਤੋਂ ਪਹਿਲੀ ਜਿਹੜੀ ਇਹਨੇ ਬੇਵਕੂਫੀ ਕੀਤੀ, ਠੀਕ ਹੈ ਜੀ। ਤਾਂ ਦਿੱਲੀ ਤੋਂ ਇਹਨੇ ਲੋਕਾਂ ਨੂੰ ਮਤਲਬ ਉੱਥੋਂ ਜਿਹੜੇ ਆਪਣੇ ਰਾਜ ਦੇ ਲੋਕ ਸੀਗੇ ਇਹਦੇ ਦੇ, ਤਾਂ ਉਹਨਾਂ ਨੂੰ ਉੱਥੋਂ ਪਿਕ ਕਰਿਆ, ਉਹਨਾਂ ਨੂੰ ਇਹ ਦੇਵਗਿਰੀ ਲੈ ਕੇ ਗਿਆ, ਠੀਕ ਹੈ। ਆਪ ਮਤਲਬ ਇਹ ਘੋੜੇ 'ਤੇ ਜਾ ਰਿਹਾ ਸੀ, ਜਨਤਾ ਇਹਦੇ ਪਿੱਛੇ ਜਾ ਰਹੀ ਸੀ, ਠੀਕ ਹੈ। ਤਾਂ ਅੱਧੀ ਜਨਤਾ ਮਤਲਬ ਕਿਉਂਕਿ ਰਾਹ ਦੇ ਵਿੱਚ ਬਹੁਤ ਉਹਨਾਂ ਨੂੰ ਆਫਤਾਂ ਦਾ ਸਾਹਮਣਾ ਕਰਨਾ ਪਿਆ, ਤਾਂ ਅੱਧੀ ਜਨਤਾ ਉੱਥੇ ਉਹਨਾਂ ਦੀ ਡੈਥ ਹੋ ਗਈ ਲੋਕਾਂ ਦੀ, ਠੀਕ ਹੈ। ਤਾਂ ਦੇਵਗਿਰੀ ਜਦੋਂ ਇਹ ਪਹੁੰਚਿਆ, ਦੇਵਗਿਰੀ ਮਤਲਬ ਜਿਹੜਾ ਉੱਥੇ ਆਪਣਾ ਉੱਥੇ ਜਿਹੜੀ ਨਦੀ ਵਹਿੰਦੀ ਸੀ ਉਹਦਾ ਨਾਮ ਸੀ ਕ੍ਰਿਸ਼ਨਾ ਨਦੀ, ਠੀਕ ਹੈ ਜੀ। ਕ੍ਰਿਸ਼ਨਾ ਨਦੀ, ਅਤੇ ਇੱਕ ਉੱਥੇ ਜਿਹੜਾ ਆਪਣਾ ਵਿਜੇਨਗਰ ਐਮਪਾਇਰ, ਜਿਹਨੂੰ ਤੁਸੀਂ ਜਾਣਦੇ ਹੋ, ਵਿਜੇਨਗਰ ਐਮਪਾਇਰ ਬਹੁਤ ਫੇਮਸ ਹੋਇਆ ਸੀਗਾ। ਵਿਜੇਨਗਰ ਐਮਪਾਇਰ ਦੀ ਜਿਹੜੀ ਨੀਂਹ ਰੱਖੀ ਸੀ ਉਹ ਕਿਹਨੇ ਰੱਖੀ ਸੀ? ਹਰੀਹਰ ਅਤੇ ਬੁੱਕਾ, ਦੋ ਬ੍ਰਦਰ ਸੀਗੇ, ਹਰੀਹਰ ਬੁੱਕਾ ਨੇ, ਠੀਕ ਹੈ ਜੀ। ਤਾਂ ਉਹ ਦੋ ਬ੍ਰਦਰ ਨੇ ਵਿਜੇਨਗਰ ਐਮਪਾਇਰ ਦੀ ਨੀਂਹ ਰੱਖੀ ਸੀ। ਤਾਂ ਜਦੋਂ ਇਹ ਦੌਲਤਾਬਾਦ ਪਹੁੰਚਿਆ, ਦੇਵਗਿਰੀ ਪਹੁੰਚਿਆ, ਵਿਜੇਨਗਰ ਐਮਪਾਇਰ ਦੇ ਜਿਹੜੇ ਮਤਲਬ ਉਹਨਾਂ ਨੇ ਆਪਣਾ ਐਮਪਾਇਰ ਅਲੱਗ ਘੋਸ਼ਿਤ ਕਰਤਾ ਸੀ, ਤਾਂ ਉੱਥੇ ਵੀ ਇਹਨੂੰ ਬਹੁਤ ਵੱਡੀ ਮਾਰ ਦਾ ਸਾਹਮਣਾ ਕਰਨਾ ਪਿਆ, ਠੀਕ ਹੈ ਜੀ। ਰਾਹ ਦੇ ਵਿੱਚ ਜਿਹੜੀ ਵਿਜੇਨਗਰ ਐਮਪਾਇਰ ਅਤੇ ਦੇਵਗਿਰੀ ਦੇ ਮਤਲਬ ਵਿਚਕਾਰ ਇੱਕ ਨਦੀ ਪੈਂਦੀ ਹੈ ਜਿਹਨੂੰ ਆਪਾਂ ਕ੍ਰਿਸ਼ਨਾ ਨਦੀ ਕਹਿੰਦੇ ਹਾਂ, ਠੀਕ ਹੈ ਜੀ। ਕ੍ਰਿਸ਼ਨਾ ਨਦੀ ਪੈਂਦੀ ਹੈ, ਤਾਂ ਉਹ ਨਦੀ ਨੂੰ ਇਹ ਪਾਰ ਨਹੀਂ ਕਰ ਪਾਇਆ, ਠੀਕ ਹੈ ਜੀ। ਤਾਂ ਉੱਥੇ ਵੀ ਇਹਨੇ ਮਤਲਬ ਇਹਨੂੰ ਬਹੁਤ ਵੱਡੀ ਮਾਰ ਦਾ ਸਾਹਮਣਾ ਕਰਨਾ ਪਿਆ, ਠੀਕ ਹੈ। ਤਾਂ ਜਾਣ ਆਉਣ ਦੇ ਵਿੱਚ ਵੀ ਇਹਦੀ ਮਤਲਬ ਜਿਹੜੇ ਇਹਦੀ ਜਨਤਾ ਸੀਗੀ ਉਹਨੂੰ ਬਹੁਤ ਮਾਰ ਦਾ ਸਾਹਮਣਾ ਕਰਨਾ ਪਿਆ। ਅੱਧੀ ਜਨਤਾ ਜਾਣ ਵੇਲੇ ਮਾਰੀ ਗਈ ਅਤੇ ਅੱਧੀ ਜਨਤਾ ਆਉਣ ਵੇਲੇ ਮਾਰੀ ਗਈ, ਠੀਕ ਹੈ ਜੀ। ਤਾਂ ਇਹਨੂੰ ਦੁਬਾਰਾ ਦੇਵਗਿਰੀ ਤੋਂ ਇਹਨੂੰ ਦਿੱਲੀ ਜਾਣਾ ਪਿਆ, ਠੀਕ ਹੈ ਜੀ। ਤਾਂ ਦਿੱਲੀ ਤੋਂ ਦੇਵਗਿਰੀ ਜਿਹੜੀ ਇਹਨੇ ਆਪਣੀ ਰਾਜਧਾਨੀ ਸ਼ਿਫਟ ਕੀਤੀ, ਮਤਲਬ ਜਦੋਂ ਇਹ ਕਿੰਗ ਬਣਿਆ, ਤਾਂ ਸਭ ਤੋਂ ਬੇਵਕੂਫੀ ਵਾਲਾ ਇਹਦਾ ਜਿਹੜਾ ਸੀ ਡਿਸੀਜ਼ਨ ਸੀਗਾ, ਠੀਕ ਹੈ। ਤਾਂ ਇਹ ਤਾਂ ਕਰਕੇ ਇਹਨੂੰ ਪਾਗਲ ਰਾਜਾ ਕਿਹਾ ਜਾਂਦਾ ਸੀ। ਤਾਂ ਇਹਨੇ ਬਹੁਤ ਵੱਡੀ ਬੇਵਕੂਫੀ ਦਿਖਾਈ ਕਿਉਂਕਿ ਇਹਨੂੰ ਆਪਣਾ ਹੀ ਨੁਕਸਾਨ ਉਠਾਉਣਾ ਪਿਆ, ਠੀਕ ਹੈ ਜੀ। ਆਪਣੀ ਜਨਤਾ ਹੀ ਇਹਦੀ ਮਤਲਬ ਕੁਚਲ ਕੇ ਉੱਥੇ ਮਾਰੀ ਗਈ ਜਾਣ ਆਉਣ ਦੇ ਵਿੱਚ। ਤਾਂ ਦੁਬਾਰਾ ਫਿਰ ਇਹਨੇ ਦਿੱਲੀ ਦੇ ਵਿੱਚ ਇਹ ਆਇਆ ਜਨਤਾ ਨੂੰ ਲੈ ਕੇ। ਤਾਂ ਦਿੱਲੀ ਤੋਂ ਦੇਵਗਿਰੀ ਜਿਹੜਾ ਰਾਜਧਾਨੀ ਨੂੰ ਸ਼ਿਫਟ ਕਰਨਾ ਸਭ ਤੋਂ ਵੱਡੀ ਬੇਵਕੂਫੀ ਸੀ, ਤਾਂ ਕਰਕੇ ਇਹਨੂੰ ਪਾਗਲ ਰਾਜਾ ਕਿਹਾ ਜਾਂਦਾ ਸੀ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਉਹ ਹੈ ਟੋਕਨ ਕਰੰਸੀ। ਤਾਂ ਜਿਹੜੀ ਟੋਕਨ ਕਰੰਸੀ ਚਲਾਈ ਸੀ ਉਹ ਚਲਾਈ ਸੀ ਮੰਗੋਲਾਂ ਨੇ। ਸਭ ਤੋਂ ਪਹਿਲਾਂ ਜਿਹੜੇ ਆਪਣੇ ਮੰਗੋਲ, ਜਿਹੜੇ ਤੁਸੀਂ ਜਾਣਦੇ ਹੋ ਕਿ ਮੰਗੋਲਾਂ ਤੋਂ ਹਰ ਇੱਕ ਬੰਦਾ ਡਰਦਾ ਸੀ। ਮੰਗੋਲ ਬਹੁਤ ਕਰੂਰ ਕਿਸਮ ਦੇ ਬੰਦੇ ਸੀ, ਜਦੋਂ ਉਹ ਹਮਲਾ ਕਰਦੇ ਸੀ ਤਾਂ ਹਰ ਇੱਕ ਨੂੰ ਉਹਨਾਂ ਦਾ ਡਰ ਹੁੰਦਾ ਸੀ। ਤਾਂ ਜਿਹੜੇ ਟੋਕਨ ਕਰੰਸੀ ਸਭ ਤੋਂ ਪਹਿਲਾਂ ਚਲਾਈ ਸੀ ਉਹ ਮੰਗੋਲਾਂ ਨੇ ਹੀ ਚਲਾਈ ਸੀ। ਤਾਂ ਮੰਗੋਲਾਂ ਦੀ ਕਾਪੀ ਕਰਕੇ, ਮਤਲਬ ਇਹਦੇ ਆਈਡੀਆਜ਼ ਬੁਰੇ ਨਹੀਂ ਸੀ, ਆਈਡੀਆਜ਼ ਇਹਦੇ ਬਹੁਤ ਚੰਗੇ ਸੀ, ਠੀਕ ਹੈ। ਤਾਂ ਉਹਨਾਂ ਦੀ ਇਹਨੇ ਕਾਪੀ ਕੀਤੀ ਸੀ, ਤਾਂ ਕਰਕੇ ਇਹਨੇ ਪੇਪਰ ਕਰੰਸੀ ਜਿਹਨੂੰ ਆਪਾਂ ਨੋਟ ਕਹਿੰਦੇ ਹਾਂ, ਠੀਕ ਹੈ ਜੀ, ਨੋਟ ਇਹਨੇ ਚਲਾਏ ਸੀ, ਠੀਕ ਹੈ। ਪਹਿਲਾਂ ਸਿੱਕੇ ਚੱਲਦੇ ਹੁੰਦੇ ਸੀ, ਆਪਾਂ ਨੂੰ ਪਤਾ ਹੈ ਕਿ ਨੋਟ ਇਸ ਤੋਂ ਬਾਅਦ ਮਤਲਬ ਇਹਨੇ ਚਲਾਉਣੇ ਸਟਾਰਟ ਕੀਤੇ ਸੀ। ਬਟ ਇਹਨੇ ਕਰੰਸੀ ਇਹਨੇ ਲਾਂਚ ਤਾਂ ਇਹਨੇ ਕਰ ਦਿੱਤੀ, ਟੋਕਨ ਕਰੰਸੀ ਜਿਹੜੀ ਪੇਪਰ ਕਰੰਸੀ ਜਿਹਨੂੰ ਆਪਾਂ ਕਹਿੰਦੇ ਹਾਂ। ਨੋਟ ਇਹਨੇ ਲਾਂਚ ਤਾਂ ਬਿਲਕੁਲ ਕਰਤੇ, ਬਟ ਇਹਦੇ ਕੋਲ ਸਟ੍ਰੈਟਜੀ ਨਹੀਂ ਸੀ ਕਿ ਕਿੰਨੇ ਨੋਟ ਇਹਨੇ ਲਾਂਚ ਕਰਨੇ ਆ, ਠੀਕ ਹੈ, ਕਿਵੇਂ ਇਹ ਕਰੰਸੀ ਨੂੰ ਇਹਦੀ ਦੇਖ ਰੇਖ ਕਿਵੇਂ ਕਰਨੀ ਹੈ, ਠੀਕ ਹੈ। ਇਹਨੇ ਸਿਰਫ ਲਾਂਚ ਕਰ ਦਿੱਤੀ, ਬਟ ਇਹਨੂੰ ਸਟ੍ਰੈਟਜੀ ਨਹੀਂ ਪਤਾ ਸੀ, ਤਾਂ ਕਰਕੇ ਇਹ ਜਿਹੜੀ ਇਹਦੀ ਟੋਕਨ ਕਰੰਸੀ ਸੀ ਇਹ ਫੇਲ ਹੋ ਗਈ, ਠੀਕ ਹੈ ਜੀ। ਤਾਂ ਇਹਦੀ ਮਤਲਬ ਇਹਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਇਹ ਕਰੰਸੀ ਇਹਦੀ ਫੇਲ ਹੋ ਗਈ, ਠੀਕ ਹੈ ਜੀ। ਤਾਂ ਕਿਉਂਕਿ ਲੋਕਾਂ ਨੇ ਖੁਦ ਨੋਟ ਛਾਪਣੇ ਸ਼ੁਰੂ ਕਰਤੇ, ਠੀਕ ਹੈ ਜੀ। ਤਾਂ ਇਹ ਵੀ ਇਹਦੀ ਬਹੁਤ ਵੱਡੀ ਬੇਵਕੂਫੀ ਸੀ, ਤਾਂ ਕਰਕੇ ਇਹਨੂੰ ਪਾਗਲ ਰਾਜੇ ਦਾ ਨਾਮ ਦਿੱਤਾ ਗਿਆ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਦੀਵਾਨ-ਏ-ਅਮੀਰ ਕੋਹੀ। ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਗਿਆ ਕਿ ਦੀਵਾਨ-ਏ-ਅਮੀਰ ਕੋਹੀ ਮਤਲਬ ਇਹਨੇ ਇੱਕ ਡਿਪਾਰਟਮੈਂਟ ਚਲਾਇਆ ਸੀਗਾ, ਠੀਕ ਹੈ। ਇਹ ਡਾਇਰੈਕਟ ਕੁਐਸਚਨ ਪੁੱਛਿਆ ਗਿਆ ਹੈਗਾ। ਤਾਂ ਇਹ ਕਿਹੜਾ ਡਿਪਾਰਟਮੈਂਟ ਸੀ, ਇਹ ਵੀ ਪੁੱਛ ਲਿਆ ਜਾਂਦਾ। ਤਾਂ ਇਹ ਇੱਕ ਐਗਰੀਕਲਚਰ ਡਿਪਾਰਟਮੈਂਟ ਸੀ, ਖੇਤੀ ਦੇ ਨਾਲ ਸੰਬੰਧਿਤ ਇਹ ਡਿਪਾਰਟਮੈਂਟ ਸੀ, ਦੀਵਾਨ-ਏ-ਅਮੀਰ ਕੋਹੀ, ਠੀਕ ਹੈ ਜੀ। ਤਾਂ ਇਹ ਕਿਹਨੇ ਚਲਾਇਆ ਸੀ? ਮੁਹੰਮਦ ਬਿਨ ਤੁਗਲਕ ਨੇ। ਇਹਦੇ ਜਿਹੜੇ ਪੁਆਇੰਟ ਨੇ ਤੁਸੀਂ ਯਾਦ ਰੱਖਣੇ ਆ, ਕਿਉਂਕਿ ਮੁਹੰਮਦ ਬਿਨ ਤੁਗਲਕ ਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਆ। ਅਗਲਾ ਜਿਹੜਾ ਇਹਦੇ ਵਿੱਚ ਕਿੰਗ ਹੈ ਫਿਰੋਜ਼ ਸ਼ਾਹ ਤੁਗਲਕ, ਇਹ ਵੀ ਬਹੁਤ ਇੰਪੋਰਟੈਂਟ ਹੈ, ਇਹਦੇ ਵਿੱਚੋਂ ਵੀ ਤੁਹਾਨੂੰ ਡਾਇਰੈਕਟ ਕੁਐਸਚਨ ਆਉਂਦੇ ਨੇ, ਠੀਕ ਹੈ ਜੀ।
ਤਾਂ ਇਹ ਵੀ ਤੁਸੀਂ ਇੱਕ ਇੱਕ ਪੁਆਇੰਟ ਤੁਹਾਡੇ ਯਾਦ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਜਦੋਂ ਇਹ ਕਿੰਗ ਬਣਿਆ ਤਾਂ ਇਹਨੇ ਇੱਕ ਸਿਟੀ ਦੀ ਸਥਾਪਨਾ ਕੀਤੀ, ਸ਼ਹਿਰ ਦੀ ਸਥਾਪਨਾ ਕੀਤੀ, ਜਿਹਦਾ ਨਾਂ ਰੱਖਿਆ ਜੌਨਪੁਰ। ਤਾਂ ਜੌਨਪੁਰ ਕਿਹਦੇ ਨਾਂ 'ਤੇ ਵਸਾਇਆ ਨੇ ਸ਼ਹਿਰ? ਇਹ ਜੌਨਾ ਖਾਂ। ਜੌਨਾ ਖਾਂ ਕੌਣ ਸੀ? ਮੁਹੰਮਦ ਬਿਨ ਤੁਗਲਕ, ਠੀਕ ਹੈ ਜੀ। ਤਾਂ ਜੌਨਾ ਖਾਂ ਦੇ ਨਾਮ 'ਤੇ ਇਹਨੇ ਇੱਕ ਸਿਟੀ ਇਸਟੈਬਲਿਸ਼ ਕੀਤੀ, ਤਾਂ ਜਿਹਦਾ ਨਾਮ ਰੱਖਿਆ ਜੌਨਪੁਰ, ਜਿਹੜੀ ਕਿ ਯੂਪੀ ਦੇ ਵਿੱਚ ਹੈ, ਠੀਕ ਹੈ ਜੀ। ਅੱਜ ਕੱਲ੍ਹ ਜਿਹੜੀ ਯੂਪੀ ਦੇ ਵਿੱਚ ਹੈ, ਤਾਂ ਸਭ ਤੋਂ ਪਹਿਲਾਂ ਇਹਨੇ ਸਿਟੀ ਇਸਟੈਬਲਿਸ਼ ਕੀਤੀ ਜੌਨਾ ਖਾਂ ਦੀ ਯਾਦ ਦੇ ਵਿੱਚ, ਮੁਹੰਮਦ ਬਿਨ ਤੁਗਲਕ ਦੀ ਯਾਦ ਦੇ ਵਿੱਚ, ਠੀਕ ਹੈ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਪਹਿਲਾ ਪੁਆਇੰਟ ਹੈ ਇਹ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ, ਜੌਨਪੁਰ ਨੂੰ ਸਿਰਾਜ-ਏ-ਹਿੰਦ ਵੀ ਕਿਹਾ ਜਾਂਦਾ ਹੈ। ਡਾਇਰੈਕਟ ਕੁਐਸਚਨ ਵੀ ਪੁੱਛਿਆ ਗਿਆ ਕਿ ਸਿਰਾਜ-ਏ-ਹਿੰਦ ਕਿਹਨੂੰ ਕਿਹਾ ਜਾਂਦਾ, ਤਾਂ ਉਹ ਜੌਨਪੁਰ ਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਮੁਹੰਮਦ ਬਿਨ ਤੁਗਲਕ ਦੀ ਯਾਦ ਦੇ ਵਿੱਚ ਸ਼ਹਿਰ ਵਸਾਇਆ ਗਿਆ ਸੀ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਉਹ ਇਹ ਹੈ ਕਿ 5th ਸਟੋਰੀ ਆਫ ਕੁਤਬ ਮੀਨਾਰ, ਕੁਤਬ ਮੀਨਾਰ ਦੀ 5ਵੀਂ ਮੰਜ਼ਿਲ, ਠੀਕ ਹੈ ਜੀ, ਕਿਹਨੇ ਬਣਵਾਈ ਸੀ? ਇਹ ਡਾਇਰੈਕਟ ਕੁਐਸਚਨ ਬਹੁਤ ਵਾਰੀ ਆਇਆ ਹੋਇਆ ਹੈ, PPSC ਦੇ ਪੇਪਰਾਂ ਦੇ ਵਿੱਚ ਵੀ ਪੁੱਛਿਆ ਗਿਆ ਕੁਐਸਚਨ ਹੈ ਇਹ, ਠੀਕ ਹੈ ਜੀ। ਤਾਂ ਜਿਹੜੀ 5th ਸਟੋਰੀ ਸੀ, 5ਵੀਂ ਮੰਜ਼ਿਲ ਬਣਾਈ ਸੀ ਕੁਤਬ ਮੀਨਾਰ ਦੀ, ਉਹ ਕਿਹਨੇ ਬਣਾਈ ਸੀ? ਫਿਰੋਜ਼ ਸ਼ਾਹ ਤੁਗਲਕ ਨੇ। ਤਾਂ 3 ਬੰਦੇ ਮਤਲਬ ਇਹਦੇ ਨਾਲ ਐਸੋਸੀਏਟ ਨੇ ਆਪਣੇ ਕੁਤਬ ਮੀਨਾਰ ਦੇ ਨਾਲ। ਸਭ ਤੋਂ ਪਹਿਲਾਂ ਕੁਤਬਦੀਨ ਐਬਕ, ਜਿਹਨੇ ਕਿ ਕੁਤਬ ਮੀਨਾਰ ਬਣਵਾਇਆ ਸੀ, ਠੀਕ ਹੈ ਜੀ। ਦੂਸਰਾ ਇਲਤੁਤਮਿਸ਼, ਜਿਹਨੇ ਕੁਤਬ ਮੀਨਾਰ ਨੂੰ ਪੂਰਾ ਕਰਵਾਇਆ ਸੀ। ਅਤੇ ਤੀਸਰਾ ਬੰਦਾ ਇਹ ਹੈ ਫਿਰੋਜ਼ ਸ਼ਾਹ ਤੁਗਲਕ, ਜਿਹਨੇ ਕੁਤਬ ਮੀਨਾਰ ਦੀ 5ਵੀਂ ਮੰਜ਼ਿਲ ਬਣਵਾਈ ਸੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ, ਮੈਨੀ ਸਲੇਵਸ, ਮਤਲਬ ਇਹ ਕੁਐਸਚਨ ਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਗੁਲਾਮ ਕਿਹੜੇ ਰਾਜੇ ਦੇ ਕੋਲ ਸੀ, ਠੀਕ ਹੈ। ਸਭ ਤੋਂ ਜ਼ਿਆਦਾ ਗੁਲਾਮ ਕਿਹਦੇ ਕੋਲ ਸੀ? ਤਾਂ ਉਹ ਸੀਗੇ ਫਿਰੋਜ਼ ਸ਼ਾਹ ਤੁਗਲਕ ਦੇ ਕੋਲ। ਸਭ ਤੋਂ ਜ਼ਿਆਦਾ ਗੁਲਾਮ ਇਹ ਰੱਖਦਾ ਸੀ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ, ਜਿਹੜੇ ਅਸ਼ੋਕ ਦੇ ਸ਼ਿਲਾਲੇਖ ਨੇ, ਅਸ਼ੋਕ ਦੀਆਂ ਇਨਸਕ੍ਰਿਪਸ਼ਨਸ ਨੇ, ਠੀਕ ਹੈ ਜੀ, ਬੁੱਧ ਧਰਮ ਨੂੰ ਲੈ ਕੇ, ਠੀਕ ਹੈ, ਜਿਹੜੇ ਕਿ ਨੇਪਾਲ ਲੁੰਬਿਨੀ ਦੇ ਵਿੱਚ ਨੇ। ਨੇਪਾਲ ਤੋਂ ਇਹ ਮਤਲਬ ਇੰਡੀਆ ਲੈ ਕੇ ਆਇਆ ਸੀ। ਕੌਣ ਲੈ ਕੇ ਆਇਆ ਸੀ? ਫਿਰੋਜ਼ ਸ਼ਾਹ ਤੁਗਲਕ। ਇਹ ਵੀ ਪੁਆਇੰਟ ਤੁਹਾਨੂੰ ਡਾਇਰੈਕਟ ਪੁੱਛ ਲਿਆ ਜਾ ਸਕਦਾ, ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਅਗਲਾ ਇਹਨੇ ਦੋ ਇਹਨੇ ਡਿਪਾਰਟਮੈਂਟ ਚਲਾਏ ਸੀ, ਦੀਵਾਨ-ਏ ਬੰਦਗਾਨ ਅਤੇ ਦੀਵਾਨ-ਏ ਖੈਰਾਤ। ਇਹ ਵੀ ਤੁਹਾਨੂੰ ਕਈ ਵਾਰੀ ਕੁਐਸਚਨ ਆ ਸਕਦਾ, ਇਹਨੂੰ ਤੁਸੀਂ ਯਾਦ ਰੱਖਿਓ। ਦੀਵਾਨ-ਏ ਬੰਦਗਾਨ ਜਿਹਦੇ ਵਿੱਚ ਬੰਦੀ ਬਣਾਏ ਜਾਂਦੇ ਸੀ, ਠੀਕ ਹੈ, ਮਤਲਬ ਜੇਲ੍ਹ ਜਿਹਨੂੰ ਆਪਾਂ ਕਹਿ ਸਕਦੇ ਹਾਂ। ਅਤੇ ਦੀਵਾਨ-ਏ ਖੈਰਾਤ ਜਿਹਦੇ ਵਿੱਚ ਦਾਨ ਪੁੰਨ ਕੀਤਾ ਜਾਂਦਾ ਸੀ, ਖੈਰਾਤ ਵੰਡੀ ਜਾਂਦੀ ਸੀ ਗਰੀਬਾਂ ਨੂੰ, ਠੀਕ ਹੈ ਜੀ। ਤਾਂ ਇਹ 2 ਡਿਪਾਰਟਮੈਂਟ ਇਹਨੇ ਚਲਾਈ ਸੀ। ਤਾਂ ਇਹ ਮਤਲਬ ਜਿਹੜੇ ਇਹਦੇ 3 ਸੁਲਤਾਨ ਨੇ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇਹਨਾਂ ਦੇ ਵਿੱਚੋਂ ਕਿਤੋਂ ਵੀ ਤੁਹਾਨੂੰ ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਤਾਂ ਫਾਲਤੂ ਆਪਾਂ ਇਹਦੇ ਵਿੱਚ ਨਹੀਂ ਪੜ੍ਹਨਾ, ਠੀਕ ਹੈ। ਜਿੱਥੋਂ ਕੁਐਸਚਨ ਪੁੱਛਿਆ ਜਾਂਦਾ ਹੈ ਸਿਰਫ ਉਹ ਆਪਾਂ ਕਵਰ ਕਰਾਂਗੇ, ਠੀਕ ਹੈ ਜੀ। ਤਾਂ ਇਹ ਤੁਸੀਂ ਚੰਗੀ ਤਰ੍ਹਾਂ ਇਹਨੂੰ ਇੱਕ ਇੱਕ ਪੁਆਇੰਟ ਤੁਸੀਂ ਨੋਟ ਕਰ ਲਿਓ। ਇਹ ਮਤਲਬ ਇਹ 3 ਸੁਲਤਾਨ ਦੇ ਵਿੱਚੋਂ ਤੁਹਾਨੂੰ ਕਿਤੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ। ਪਹਿਲਾ ਜਿਹੜਾ ਕੁਐਸਚਨ ਹੈ, ਇਹਨਾਂ ਵਿੱਚੋਂ ਤੁਗਲਕ ਵੰਸ਼ ਦਾ ਸੰਸਥਾਪਕ ਕੌਣ ਸੀ? ਵਿਚ ਆਫ ਦੀ ਫੋਲੋਇੰਗ ਵਾਜ਼ ਦੀ ਫਾਊਂਡਰ ਆਫ ਤੁਗਲਕ ਡਾਇਨੈਸਟੀ? ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਗਿਆਸੂਦੀਨ ਤੁਗਲਕ ਜਾਂ ਨਾਸਿਰੂਦੀਨ ਮਹਿਮੂਦ ਸ਼ਾਹ? ਇਹ ਜਿਹੜਾ ਨਾਸਿਰੂਦੀਨ ਮਹਿਮੂਦ ਸ਼ਾਹ ਹੈ, ਇਹਦਾ ਲਾਸਟ ਸੁਲਤਾਨ ਸੀ ਤੁਗਲਕ ਡਾਇਨੈਸਟੀ ਦਾ, ਠੀਕ ਹੈ। ਤਾਂ ਇਸ ਤੋਂ ਬਾਅਦ ਮਤਲਬ ਤੁਗਲਕ ਡਾਇਨੈਸਟੀ ਦਾ ਖਾਤਮਾ ਹੋ ਗਿਆ ਸੀ। ਤਾਂ ਇਹ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਡਾਇਰੈਕਟ। ਸੰਸਥਾਪਕ ਤੁਹਾਨੂੰ ਕਿਸੇ ਵੀ ਡਾਇਨੈਸਟੀ ਦਾ ਸੰਸਥਾਪਕ ਪੁੱਛ ਸਕਦੇ ਨੇ, ਤਾਂ ਹਰ ਇੱਕ ਡਾਇਨੈਸਟੀ ਦਾ ਤੁਹਾਨੂੰ ਸੰਸਥਾਪਕ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਠੀਕ ਹੈ ਜੀ। ਗਿਆਸੂਦੀਨ ਤੁਗਲਕ। ਅਤੇ ਇਹਨੇ ਟਾਈਟਲ ਕਿਹੜਾ ਐਕਸੈਪਟ ਕੀਤਾ ਸੀ? ਗਾਜ਼ੀ ਦਾ, ਠੀਕ ਹੈ ਜੀ। ਗਾਜ਼ੀ ਦਾ ਇਹਨੇ ਟਾਈਟਲ ਐਕਸੈਪਟ ਕੀਤਾ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਤੁਹਾਨੂੰ ਡਾਇਰੈਕਟ ਪੁੱਛਿਆ ਜਾ ਸਕਦਾ, ਗਾਜ਼ੀ ਦਾ ਟਾਈਟਲ ਕਿਹਨੇ ਐਕਸੈਪਟ ਕੀਤਾ ਸੀ? ਤਾਂ ਉਹ ਕੀਤਾ ਸੀ ਗਿਆਸੂਦੀਨ ਤੁਗਲਕ ਨੇ। G ਫॉर ਗਿਆਸੂਦੀਨ, G ਫॉर ਗਾਜ਼ੀ, ਇਸੇ ਤਰ੍ਹਾਂ ਵੀ ਤੁਸੀਂ ਯਾਦ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਗਿਆਸੂਦੀਨ ਤੁਗਲਕ ਇਹਦਾ ਫਾਊਂਡਰ ਸੀ। ਆਨਸਰ ਨੰਬਰ 3 ਇਹਦਾ ਆਨਸਰ ਹੋਊਗਾ। ਅਗਲਾ ਜਿਹੜਾ ਕੁਐਸਚਨ ਹੈ, ਜੌਨਾ ਖਾਂ ਕਿਹੜੇ ਸ਼ਾਸਕ ਦਾ ਅਸਲੀ ਨਾਮ ਸੀ? ਜੌਨਾ ਖਾਂ ਵਾਜ਼ ਦੀ ਓਰੀਜਨਲ ਨੇਮ ਆਫ ਵਿਚ ਕਿੰਗ? ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਗਿਆਸੂਦੀਨ ਤੁਗਲਕ ਜਾਂ ਨਾਸਿਰੂਦੀਨ ਮਹਿਮੂਦ ਸ਼ਾਹ? ਤਾਂ ਜੌਨਪੁਰ ਸ਼ਹਿਰ ਦੀ ਇੱਕ ਯੂਪੀ ਦੇ ਵਿੱਚ ਸਥਾਪਨਾ ਕੀਤੀ ਸੀ, ਜਿਹਨੂੰ ਸਿਰਾਜ-ਏ-ਹਿੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਕਿਹਨੇ ਕੀਤੀ ਸੀ? ਫਿਰੋਜ਼ ਸ਼ਾਹ ਤੁਗਲਕ ਨੇ। ਤਾਂ ਕਿਹਦੀ ਯਾਦ ਦੇ ਵਿੱਚ? ਮੁਹੰਮਦ ਬਿਨ ਤੁਗਲਕ ਦੀ ਯਾਦ ਦੇ ਵਿੱਚ, ਠੀਕ ਹੈ ਜੀ। ਤਾਂ ਜੌਨਾ ਖਾਂ ਕਿਹਦਾ ਨਾਮ ਸੀ? ਮੁਹੰਮਦ ਬਿਨ ਤੁਗਲਕ ਦਾ ਰੀਅਲ ਨੇਮ ਸੀ ਜੌਨਾ ਖਾਂ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆਨਸਰ ਨੰਬਰ 1 ਆਊਗਾ ਇਹਦਾ, ਠੀਕ ਹੈ ਜੀ, ਮੁਹੰਮਦ ਬਿਨ ਤੁਗਲਕ। ਅਗਲਾ ਜਿਹੜਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸ਼ਾਸਕ ਸੀ ਜਿਸ ਕੋਲ ਸਭ ਤੋਂ ਵੱਧ ਗੁਲਾਮ ਸਨ? ਵਿਚ ਆਫ ਦੀ ਫੋਲੋਇੰਗ ਕਿੰਗ ਦੈਟ ਹੈਵ ਮੈਕਸੀਮਮ ਸਲੇਵਸ? ਸਭ ਤੋਂ ਵੱਧ ਗੁਲਾਮ ਕਿਹੜੇ ਰਾਜੇ ਕੋਲ ਸੀ? ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਗਿਆਸੂਦੀਨ ਤੁਗਲਕ ਜਾਂ ਨਾਸਿਰੂਦੀਨ ਮਹਿਮੂਦ ਸ਼ਾਹ?
ਤਾਂ ਇਹ ਆਪਾਂ ਪੜ੍ਹ ਕੇ ਗਏ ਹਾਂ ਸਲਾਈਡ ਦੇ ਵਿੱਚ ਵੀ, ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਗੁਲਾਮ ਸਭ ਤੋਂ ਵੱਧ ਸਲੇਵ ਕਿਹਦੇ ਕੋਲ ਸੀ? ਤਾਂ ਉਹ ਸੀਗੇ ਫਿਰੋਜ਼ ਸ਼ਾਹ ਤੁਗਲਕ ਦੇ ਕੋਲ, ਠੀਕ ਹੈ। ਇਹਦਾ ਆਨਸਰ ਆਊਗਾ ਆਨਸਰ ਨੰਬਰ 2। ਤਾਂ ਆਨਸਰ ਨੰਬਰ 2 ਫਿਰੋਜ਼ ਸ਼ਾਹ ਤੁਗਲਕ, ਇਹਦੇ ਕੋਲ ਸਭ ਤੋਂ ਵੱਧ ਗੁਲਾਮ ਸੀ। ਅਗਲਾ ਜਿਹੜਾ ਕੁਐਸਚਨ ਹੈ, ਕੁਤਬ ਮੀਨਾਰ ਦੀ 5ਵੀਂ ਮੰਜ਼ਿਲ ਕਿਸਨੇ ਬਣਵਾਈ? ਹੂ ਕੰਸਟਰਕਟਡ ਦੀ 5th ਸਟੋਰੀ ਆਫ ਕੁਤਬ ਮੀਨਾਰ? ਤਾਂ ਕੁਤਬ ਮੀਨਾਰ ਨਾਲ 3 ਬੰਦੇ ਐਸੋਸੀਏਟਡ ਨੇ, ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਕੁਤਬੁਦੀਨ ਐਬਕ ਜਿਹਨੇ ਕੁਤਬ ਮੀਨਾਰ ਬਣਾਇਆ, ਦੂਸਰਾ ਹੈਗਾ ਇਲਤੁਤਮਿਸ਼ ਜਿਹਨੇ ਕੁਤਬ ਮੀਨਾਰ ਨੂੰ ਪੂਰਾ ਕਰਵਾਇਆ, ਅਤੇ ਤੀਸਰਾ ਹੈਗਾ ਆਪਣਾ ਫਿਰੋਜ਼ ਸ਼ਾਹ ਤੁਗਲਕ, ਠੀਕ ਹੈ ਜੀ, ਜਿਹਨੇ ਕੁਤਬ ਮੀਨਾਰ ਦੀ 5ਵੀਂ ਮੰਜ਼ਿਲ ਬਣਵਾਈ, ਠੀਕ ਹੈ ਜੀ। ਤਾਂ ਇਹ 3 ਬੰਦੇ ਤੁਸੀਂ ਯਾਦ ਰੱਖਣੇ ਆ, ਕਿਤੋਂ ਵੀ ਤੁਹਾਨੂੰ ਕੁਐਸਚਨ ਆ ਸਕਦਾ, ਠੀਕ ਹੈ ਜੀ। ਇਹ ਤਿੰਨੋਂ ਆਪਾਂ ਕਵਰ ਕਰ ਲਏ ਕਿ ਕੁਤਬ ਮੀਨਾਰ ਦੇ ਨਾਲ ਜਿਹੜੇ ਬੰਦੇ ਐਸੋਸੀਏਟਡ ਨੇ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 2। ਤਾਂ ਫਿਰੋਜ਼ ਸ਼ਾਹ ਤੁਗਲਕ ਸੀ ਜਿਹਨੇ ਕੁਤਬ ਮੀਨਾਰ ਦੀ 5ਵੀਂ ਮੰਜ਼ਿਲ ਬਣਵਾਈ, ਠੀਕ ਹੈ ਜੀ। ਅਗਲਾ ਜਿਹੜਾ ਕੁਐਸਚਨ ਹੈ, ਦੀਵਾਨ-ਏ ਅਮੀਰ ਕੋਹੀ ਦੀ ਸਥਾਪਨਾ ਕਿਸ ਨੇ ਕੀਤੀ? ਹੂ ਇਸਟੈਬਲਿਸ਼ਡ ਦੀਵਾਨ-ਏ ਅਮੀਰ ਕੋਹੀ? ਇਹੋ ਜਿਹੀਆਂ ਟਰਮਸ ਤੁਹਾਨੂੰ ਪੁੱਛ ਲਈਆਂ ਜਾਂਦੀਆਂ ਕਿਉਂਕਿ ਇਹ ਡਿਪਾਰਟਮੈਂਟ ਆਪਣੇ ਇਹ ਮਿਕਸ ਹੋ ਜਾਂਦੇ ਨੇ ਮਾਈਂਡ ਦੇ ਵਿੱਚ ਜਾ ਕੇ, ਠੀਕ ਹੈ, ਕਿਉਂਕਿ ਕਈ ਡਿਪਾਰਟਮੈਂਟ ਇਹੋ ਜਿਹੇ ਚਲਾਏ ਗਏ ਸੀ। ਅਤੇ ਤੁਸੀਂ ਇੱਕ ਇੱਕ ਡਿਪਾਰਟਮੈਂਟ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਕਿ ਕਿਹੜਾ ਡਿਪਾਰਟਮੈਂਟ ਕਿਹਨੇ ਚਲਾਇਆ ਸੀ, ਠੀਕ ਹੈ ਜੀ। ਤਾਂ ਨੋਟਸ ਆਪਣੇ ਨਾਲ ਨਾਲ ਬਣਾਇਆ ਕਰੋ, ਠੀਕ ਹੈ ਜੀ, ਨਾਲ ਨਾਲ ਆਪਣੇ ਨੋਟਸ ਤੁਸੀਂ ਜ਼ਰੂਰ ਤਿਆਰ ਕਰਿਆ ਕਰੋ, ਅਤੇ ਕਲਾਸਿਸ ਨੂੰ 1-2 ਵਾਰ ਦੇਖ ਕੇ ਮਤਲਬ ਤੁਹਾਡੇ ਵਧੀਆ ਤਰੀਕੇ ਨਾਲ ਯਾਦ ਹੋ ਜਾਣਾ, ਠੀਕ ਹੈ। ਵਧੀਆ ਤੁਸੀਂ ਇਹਨੂੰ ਰਿਵਾਈਜ਼ ਕਰਿਆ ਕਰੋ ਵਾਰ-ਵਾਰ। ਰਿਵੀਜ਼ਨ ਜਿਹੜਾ ਕਿਸੇ ਵੀ ਪੇਪਰ ਨੂੰ ਕਰੈਕ ਕਰਨ ਦਾ ਮੇਨ ਫੰਡ ਹੈ। ਤਾਂ ਆਪਣੀਆਂ 2 ਕਲਾਸਿਸ ਅਪਲੋਡ ਹੁੰਦੀਆਂ ਨੇ, ਠੀਕ ਹੈ ਜੀ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ, ਇਹ 3 ਦਿਨ। ਸੁਬਾਹ 10 ਵਜੇ ਮੀਡੀਵਲ ਹਿਸਟਰੀ ਅਤੇ ਸ਼ਾਮ 5 ਵਜੇ ਪੰਜਾਬ GK, ਜਿਹਦੇ ਵਿੱਚ ਆਪਾਂ ਗੁਰੂ ਪੀਰੀਅਡ ਕਵਰ ਕਰ ਰਹੇ ਹਾਂ, ਠੀਕ ਹੈ ਜੀ। ਇਸ ਤੋਂ ਬਾਅਦ ਆਪਣੀਆਂ ਮਾਡਰਨ ਹਿਸਟਰੀ, ਪੋਲਿਟੀ, ਜੋ ਟੌਪਿਕ ਆਪਣੇ ਰਹਿ ਗਏ ਉਹ ਆਪਾਂ ਕਵਰ ਕਰਾਂਗੇ, ਠੀਕ ਹੈ, ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਬਣੇ ਰਹੋ ਆਪਣੇ ਚੈਨਲ 'ਤੇ। ਅਤੇ ਇਹ ਜਿਹੜੀਆਂ ਵੀਡੀਓਜ਼ ਨੇ ਇਹ ਤੁਹਾਡੇ ਪੰਜਾਬ ਦੇ ਸਾਰੇ ਪੇਪਰਾਂ ਦੇ ਲਈ ਬਹੁਤ ਇੰਪੋਰਟੈਂਟ ਨੇ। ਜਿੰਨੇ ਵੀ ਤੁਹਾਡੇ ਹੋਣਗੇ, ਬੇਸ਼ੱਕ ਉਹ PSSB ਕਲਰਕ ਦਾ ਹੋਵੇ, ਵੀਡੀਓ ਦਾ ਹੋਵੇ, ਪਟਵਾਰੀ ਦਾ ਹੋਵੇ, ਪੰਜਾਬ ਪੁਲਿਸ ਹੋਵੇ, ਠੀਕ ਹੈ ਜੀ, ਕੋਈ ਵੀ ਮਤਲਬ ਪੋਸਟ ਹੋਵੇ, ਪੰਜਾਬ ਦੇ ਜਿੰਨੇ ਵੀ ਪੇਪਰ ਹੈ ਸਾਰਿਆਂ ਵਾਸਤੇ ਆਪਣੀਆਂ ਵੀਡੀਓਜ਼ ਤੁਹਾਨੂੰ ਬਹੁਤ ਫਾਇਦਾ ਦੇਣਗੀਆਂ। ਇੱਕ ਵੀਡੀਓ ਆਪਣੀ ਅਟੈਂਡ ਕਰੋ। ਤਾਂ ਦੀਵਾਨ-ਏ-ਅਮੀਰ ਕੋਹੀ, ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਆਊਗਾ, ਠੀਕ ਹੈ ਜੀ। ਮੁਹੰਮਦ ਬਿਨ ਤੁਗਲਕ ਨੇ ਚਲਾਇਆ ਸੀਗਾ ਇਹ, ਤਾਂ ਆਨਸਰ ਨੰਬਰ 1 ਆਊਗਾ। ਕੀ ਸੀਗਾ ਇਹ? ਐਗਰੀਕਲਚਰ ਡਿਪਾਰਟਮੈਂਟ। ਕਈ ਵਾਰੀ ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਕਿ ਜਿਹੜਾ ਦੀਵਾਨ-ਏ-ਅਮੀਰ ਕੋਹੀ ਹੈ ਇਹ ਕਿਹੜਾ ਡਿਪਾਰਟਮੈਂਟ ਹੈ? ਤਾਂ ਇਹ ਐਗਰੀਕਲਚਰ ਡਿਪਾਰਟਮੈਂਟ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਕਿਹਨੇ ਚਲਾਇਆ ਸੀ ਇਹ? ਮੁਹੰਮਦ ਬਿਨ ਤੁਗਲਕ ਨੇ। ਅਗਲਾ ਜਿਹੜਾ ਕੁਐਸਚਨ ਹੈ, ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ? ਠੀਕ ਹੈ ਜੀ। ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਆਪਣੇ ਕੁਐਸਚਨ ਹੈ ਉਹ ਸਲਾਈਡ ਤੋਂ ਵੱਖਰੇ ਹੁੰਦੇ ਨੇ। ਤਾਂ ਕੁਐਸਚਨ ਦੀ ਫਾਰਮ ਦੇ ਵਿੱਚ ਆਪਾਂ ਜਿਹੜੇ ਫੈਕਟ ਤੁਹਾਡੇ ਰਹਿ ਜਾਂਦੇ ਨੇ ਉਹ ਵੀ ਆਪਾਂ ਕਵਰ ਕਰ ਲੈਂਦੇ ਹਾਂ, ਠੀਕ ਹੈ। ਤਾਂ ਆਪਾਂ ਇੱਕ ਵੀ ਫੈਕਟ ਤੁਹਾਡਾ ਮਿਸ ਨਹੀਂ ਹੋਣ ਦਿੰਦੇ। ਜਿੱਥੋਂ ਵੀ ਤੁਹਾਨੂੰ ਕੁਐਸਚਨ ਬਣਨ ਦੀ ਪੂਰੀ ਸੰਭਾਵਨਾ ਉਹ ਆਪਾਂ ਸਾਰੇ ਕਵਰ ਕਰਦੇ ਹਾਂ, ਠੀਕ ਹੈ ਜੀ। ਤਾਂ ਮਤਲਬ ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਜਿਹਨੇ ਕੀਤੀ ਸੀ ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 2, ਠੀਕ ਹੈ ਜੀ। ਫਿਰੋਜ਼ ਸ਼ਾਹ ਤੁਗਲਕ, ਇਹਦੇ ਨਾਮ 'ਤੇ ਹੀ ਇਹ ਫਿਰੋਜ਼ਪੁਰ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆਨਸਰ ਨੰਬਰ 2 ਆਊਗਾ ਇਹਦਾ। ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਫਿਰੋਜ਼ ਸ਼ਾਹ ਤੁਗਲਕ ਨੇ ਕੀਤੀ, ਠੀਕ ਹੈ ਜੀ। ਅਗਲਾ ਜਿਹੜਾ ਕੁਐਸਚਨ ਹੈ, ਟੋਕਨ ਕਰੰਸੀ ਕਿਸ ਨੇ ਚਲਾਈ? ਹੂ ਇੰਟਰੋਡਿਊਸਡ ਟੋਕਨ ਕਰੰਸੀ? ਇਹੋ ਜਿਹੇ ਕੁਐਸਚਨ ਵੀ ਤੁਹਾਨੂੰ ਆ ਸਕਦੇ ਨੇ, ਠੀਕ ਹੈ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ ਟੋਕਨ ਕਰੰਸੀ ਕਿਹਨੇ ਚਲਾਈ ਸੀ। ਤਾਂ ਜਿਹੜੇ ਤੁਹਾਨੂੰ ਆਪਸ਼ਨ ਆਉਣਗੇ ਇਹਦੇ ਵਿੱਚ ਇੱਕ ਆਪਸ਼ਨ ਹੈ ਇਲਤੁਤਮਿਸ਼ ਦਾ, ਠੀਕ ਹੈ ਜੀ। ਤਾਂ ਇੱਥੇ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ ਇਹਦਾ ਆਨਸਰ ਇਲਤੁਤਮਿਸ਼ ਆਊਗਾ। ਇਲਤੁਤਮਿਸ਼ ਨੇ 2 ਸਿੱਕੇ ਚਲਾਏ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਦਾ ਨਾਮ ਸੀ ਟੰਕਾ, ਠੀਕ ਹੈ ਜੀ, ਅਤੇ ਇੱਕ ਦਾ ਨਾਮ ਸੀ ਜੀਤਲ। ਇੱਕ ਦਾ ਨਾਮ ਸੀ ਟੰਕਾ, ਇੱਕ ਦਾ ਨਾਮ ਸੀ ਜੀਤਲ, ਠੀਕ ਹੈ ਜੀ। ਤਾਂ ਇਹ 2 ਜਿਹੜੇ ਸਿੱਕੇ ਚਲਾਏ ਸੀ ਉਹ ਚਲਾਏ ਸੀ ਆਪਣੇ ਇਲਤੁਤਮਿਸ਼ ਨੇ। ਇੱਥੇ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ ਕਿਤੇ ਟੋਕਨ ਕਰੰਸੀ, ਕਿਉਂਕਿ ਜ਼ਿਆਦਾਤਰ ਬੱਚੇ ਜਿਹੜੇ ਟਿਕ ਕਰਨਗੇ ਉਹ ਇਲਤੁਤਮਿਸ਼ ਟਿਕ ਕਰਕੇ ਆਉਣਗੇ ਅਤੇ ਉਹਨਾਂ ਦਾ ਗਲਤ ਹੋ ਜਾਊਗਾ, ਠੀਕ ਹੈ ਜੀ। ਤਾਂ ਟੋਕਨ ਕਰੰਸੀ ਕਿਹਨੇ ਚਲਾਈ ਸੀ? ਟੋਕਨ ਕਰੰਸੀ ਮਤਲਬ ਇਹ ਚਲਾਈ ਸੀ ਆਪਣੇ ਮੁਹੰਮਦ ਬਿਨ ਤੁਗਲਕ ਨੇ, ਜਿਹੜੀ ਕਿ ਫੇਲ ਹੋ ਗਈ ਸੀ। ਟੋਕਨ ਕਰੰਸੀ, ਇਹਨੂੰ ਪੇਪਰ ਕਰੰਸੀ ਵੀ ਤੁਹਾਨੂੰ ਕੁਐਸਚਨ ਮੋਲਡ ਕਰਕੇ ਵੀ ਪਾ ਸਕਦੇ ਨੇ। ਪੇਪਰ ਕਰੰਸੀ ਕਿਹਨੇ ਚਲਾਈ ਜਾਂ ਨੋਟ ਕਿਹਨੇ ਚਲਾਈ? ਤਾਂ ਮੁਹੰਮਦ ਬਿਨ ਤੁਗਲਕ ਨੇ, ਠੀਕ ਹੈ ਜੀ। ਤਾਂ ਇਹ ਫੇਲ ਹੋ ਗਈ ਸੀ ਇਹਦੀ, ਤਾਂ ਕਰਕੇ ਇਹਨੂੰ ਪਾਗਲ ਰਾਜਾ ਕਿਹਾ ਜਾਂਦਾ। ਤਾਂ ਟੋਕਨ ਕਰੰਸੀ ਕਿਹਨੇ ਚਲਾਈ ਸੀ? ਮੁਹੰਮਦ ਬਿਨ ਤੁਗਲਕ ਨੇ। ਆਨਸਰ ਨੰਬਰ 1 ਆਊਗਾ। ਅਤੇ ਨੀਚੇ ਮੈਂ ਮੈਂਸ਼ਨ ਕੀਤਾ ਕਿ ਇਹ ਫੇਲ ਹੋ ਗਈ ਸੀ, ਫੇਲਡ ਹੋ ਗਈ ਸੀ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੇ ਸ਼ਹਿਰ ਨੂੰ ਸਿਰਾਜ-ਏ-ਹਿੰਦ ਦੇ ਨਾਮ ਨਾਲ ਜਾਣਿਆ ਜਾਂਦਾ? ਵਿਚ ਸਿਟੀ ਇਜ਼ ਕਾਲਡ ਸਿਰਾਜ-ਏ-ਹਿੰਦ? ਤਾਂ ਇਹੋ ਜਿਹਾ ਕੁਐਸਚਨ ਵੀ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਹਰ ਇੱਕ ਫੈਕਟ ਤੁਸੀਂ ਕਵਰ ਕਰਨਾ ਹੈ, ਇੱਕ ਵੀ ਫੈਕਟ ਮਿਸ ਨਹੀਂ ਕਰਨਾ। ਜਿੱਥੋਂ ਕੁਐਸਚਨ ਬਣਦਾ ਅਤੇ ਬਣਨ ਦੀ ਪੂਰੀ ਸੰਭਾਵਨਾ, ਫਾਲਤੂ ਕੰਟੈਂਟ ਨਹੀਂ ਪੜ੍ਹਨਾ।
ਤਾਂ ਸਿਰਾਜ-ਏ-ਹਿੰਦ ਕਿਹਨੂੰ ਕਿਹਾ ਜਾਂਦਾ ਹੈ? ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 4 ਜੌਨਪੁਰ ਨੂੰ, ਜਿਹੜਾ ਕਿਹਦੀ ਯਾਦ ਦੇ ਵਿੱਚ ਬਣਾਇਆ ਗਿਆ। ਤਾਂ ਨੀਚੇ ਮੈਂ ਮੈਂਸ਼ਨ ਕੀਤਾ, ਆਨਸਰ ਨੰਬਰ 4 ਆਊਗਾ ਜੌਨਪੁਰ। ਕਿੱਥੇ ਹੈ ਇਹ? ਯੂਪੀ ਦੇ ਵਿੱਚ। ਇਸਟੈਬਲਿਸ਼ਡ ਬਾਈ ਫਿਰੋਜ਼ ਸ਼ਾਹ ਤੁਗਲਕ, ਫਿਰੋਜ਼ ਸ਼ਾਹ ਤੁਗਲਕ ਨੇ ਇਹਨੂੰ ਇਸਟੈਬਲਿਸ਼ ਕੀਤਾ ਇਨ ਦੀ ਮੈਮਰੀ ਆਫ ਜੌਨਾ ਖਾਨ। ਜੌਨਾ ਖਾਨ ਕੌਣ ਹੈ? ਮੁਹੰਮਦ ਬਿਨ ਤੁਗਲਕ, ਇਹਦੀ ਯਾਦ ਦੇ ਵਿੱਚ ਹੀ ਬਣਾਇਆ ਸੀ ਸ਼ਹਿਰ ਯੂਪੀ ਦੇ ਵਿੱਚ। ਅਗਲਾ ਜਿਹੜਾ ਕੁਐਸਚਨ ਹੈ, ਤੁਗਲਕ ਵੰਸ਼ ਦਾ ਉਹ ਕਿਹੜਾ ਸੁਲਤਾਨ ਸੀ ਜਿਸ ਨੇ ਗਾਜ਼ੀ ਦਾ ਸਿਰਲੇਖ ਸਵੀਕਾਰ ਕੀਤਾ? ਵਿਚ ਆਫ ਦੀ ਫੋਲੋਇੰਗ ਸੁਲਤਾਨ ਆਫ ਤੁਗਲਕ ਡਾਇਨੈਸਟੀ ਐਕਸੈਪਟ ਦੀ ਟਾਈਟਲ ਆਫ ਗਾਜ਼ੀ? ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਬਹੁਤ ਵਾਰੀ ਕੁਐਸਚਨ ਆਇਆ ਹੋਇਆ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਤੁਸੀਂ ਕਰਕੇ ਜਾਇਓ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 3 ਆਊਗਾ ਗਿਆਸੁਦੀਨ ਤੁਗਲਕ, ਜਿਹੜਾ ਕਿ ਤੁਗਲਕ ਡਾਇਨੈਸਟੀ ਦਾ ਫਾਊਂਡਰ ਸੀ। ਇਹਨੇ ਸੁਲਤਾਨ ਦਾ ਨਹੀਂ ਮਤਲਬ ਐਕਸੈਪਟ ਕੀਤਾ ਟਾਈਟਲ, ਇਹਨੇ ਗਾਜ਼ੀ ਦਾ ਟਾਈਟਲ ਐਕਸੈਪਟ ਕੀਤਾ ਸੀ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਆਨਸਰ ਨੰਬਰ 3 ਆਊਗਾ ਇਹਦਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਅਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। ਇਹਨਾਂ ਵਿੱਚੋਂ ਦਿੱਲੀ ਸਲਤਨਤ ਦਾ ਉਹ ਕਿਹੜਾ ਵੰਸ਼ ਸੀ ਜਿਸ ਨੇ ਸਭ ਤੋਂ ਜ਼ਿਆਦਾ ਸਮਾਂ ਰਾਜ ਕੀਤਾ? ਠੀਕ ਹੈ, ਇਹ ਪੁੱਛਿਆ ਜਾਂਦਾ ਹੈ, ਬਹੁਤ ਵਾਰੀ ਕੁਐਸਚਨ ਆਇਆ ਹੋਇਆ ਇਹ। ਇਹਨੂੰ ਚੰਗੀ ਤਰ੍ਹਾਂ ਤੁਸੀਂ ਯਾਦ ਰੱਖ ਲਿਓ। ਵਿਚ ਆਫ ਦੀ ਫੋਲੋਇੰਗ ਡਾਇਨੈਸਟੀ ਆਫ ਦਿੱਲੀ ਸਲਤਨਤ ਰੂਲਡ ਓਵਰ ਦੀ ਲੌਂਗੈਸਟ ਟੈਨਿਓਰ? ਸਲੇਵ ਡਾਇਨੈਸਟੀ, ਖਿਲਜੀ, ਤੁਗਲਕ ਜਾਂ ਸਈਅਦ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 3 ਆਊਗਾ, ਠੀਕ ਹੈ ਜੀ। ਤੁਗਲਕ ਡਾਇਨੈਸਟੀ ਕਿਹੋ ਜਿਹੀ ਡਾਇਨੈਸਟੀ ਹੈ ਜਿਹਨੇ ਸਭ ਤੋਂ ਵੱਧ ਸਮਾਂ, ਇਹ 5 ਡਾਇਨੈਸਟੀ ਦੇ ਵਿੱਚੋਂ ਸਭ ਤੋਂ ਵੱਧ ਸਮਾਂ ਰਾਜ ਕੀਤਾ, ਠੀਕ ਹੈ ਜੀ। ਤਾਂ ਤੁਗਲਕ ਡਾਇਨੈਸਟੀ ਦਾ ਆਨਸਰ ਆਊਗਾ, ਆਨਸਰ ਨੰਬਰ 3 ਆਊਗਾ, 1320 ਤੋਂ 1414 ਤੱਕ, ਠੀਕ ਹੈ ਜੀ। ਤਾਂ ਸ਼ਾਰਟੈਸਟ ਟਾਈਮ ਪੀਰੀਅਡ ਕਿਹਦਾ ਹੈ? ਤਾਂ ਸ਼ਾਰਟੈਸਟ ਟਾਈਮ ਪੀਰੀਅਡ ਹੈ ਖਿਲਜੀ ਦਾ। ਖਿਲਜੀ ਵੰਸ਼ ਨੇ ਸਭ ਤੋਂ ਸ਼ਾਰਟੈਸਟ ਰਾਜ ਕੀਤਾ ਅਤੇ ਤੁਗਲਕ ਡਾਇਨੈਸਟੀ ਦਾ ਰਾਜ ਸਭ ਤੋਂ ਵੱਡਾ ਰਾਜ ਹੈ, ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ 10 ਕੁਐਸਚਨ ਆਪਣੇ ਪੂਰੇ ਹੋ ਗਏ। ਤਾਂ ਤੁਗਲਕ ਡਾਇਨੈਸਟੀ ਦੇ ਵਿੱਚੋਂ ਆਪਣੇ ਸੈਸ਼ਨ ਦੇ ਵਿੱਚੋਂ ਤੁਹਾਨੂੰ ਬਾਹਰ ਕੁਐਸਚਨ ਦੇਖਣ ਨੂੰ ਨਹੀਂ ਮਿਲੂਗਾ, ਆਪਣੇ ਸੈਸ਼ਨ ਦੇ ਵਿੱਚੋਂ ਹੀ ਕੁਐਸਚਨ ਆਊਗਾ, ਠੀਕ ਹੈ ਜੀ। ਤੈਨੂੰ ਚੰਗੀ ਤਰ੍ਹਾਂ ਤੁਸੀਂ ਰਿਵਾਈਜ਼ ਕਰ ਲਿਓ 2-3 ਵਾਰ ਅਤੇ ਨੋਟਸ ਆਪਣੇ ਬਣਾ ਲਓ ਖੁਦ, ਠੀਕ ਹੈ ਜੀ। ਤਾਂ ਜੇਕਰ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਅਤੇ ਲਾਈਕ ਜ਼ਰੂਰ ਕਰ ਦਿਆ ਕਰੋ, ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ ਅਤੇ ਕੰਮ ਕਰਨ ਦਾ ਹੌਸਲਾ ਮਿਲਦਾ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।